ਸਤਿਕਾਰਯੋਗ ਮਾਨਯੋਗ ਗੁਰੂ ਰੂਪ ਸਤਿਗੁਰੂ ਜੀ ਦੇ ਪਿਆਰਿਓ, ਸ੍ਰੀ ਨਨਕਾਣਾ ਸਾਹਿਬ ਦੀ ਯਾਤਰਾ ਨਵੰਬਰ 2018। ਅੱਜ ਦਿਨ ਐਤਵਾਰ 22 ਅਗਸਤ 2021, ਤੀਸਰੀ ਕਿਸ਼ਤ। 24 ਨਵੰਬਰ 2018 ਨੂੰ ਸਵੇਰ ਦੇ ਕਰੀਬ 10 ਕੁ ਵਜੇ ਗੁਰਦੁਆਰਾ ਸਾਹਿਬ ਦੇ ਸਪੀਕਰ 'ਚੋਂ ਸਾਨੂੰ ਸੂਚਿਤ ਕੀਤਾ ਗਿਆ ਕਿ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਅੱਗੇ ਬੱਸਾਂ ਖੜ੍ਹੀਆਂ ਹਨ। ਯਾਤਰੂ ਉਹਨਾਂ ਵਿੱਚ ਬੈਠ ਕੇ ਰੇਲਵੇ ਸਟੇਸ਼ਨ ਪਹੁੰਚਣ ਪੰਜਾ ਸਾਹਿਬ ਜਾਣ ਲਈ। ਸੋ ਅਸੀਂ ਰੇਲਵੇ ਸਟੇਸ਼ਨ ਪਹੁੰਚ ਗਏ। ਜਾ ਕੇ ਅਸੀਂ ਟਿਕਟ ਤਾਂ ਖਰੀਦਣੀ ਨਹੀਂ ਸੀ, ਕਿਉਂਕਿ ਅਟਾਰੀ ਤੋਂ ਜਦੋਂ ਬਾਘਾ ਪਹੁੰਚੇ ਸੀ ਤਾਂ ਬਾਘਾ ਤੋਂ ਹੀ ਨਨਕਾਣਾ ਸਾਹਿਬ, ਪੰਜਾ ਸਾਹਿਬ, ਲਾਹੌਰ ਅਤੇ ਵਾਪਸ ਬਾਘਾ ਤੱਕ ਦੀਆਂ ਟਿਕਟਾਂ ਸਾਨੂੰ ਉੱਥੋਂ ਹੀ ਮਿਲ ਗਈਆਂ ਸੀ। ਅਸਾਂ ਕੋਲੋਂ ਉਹਨਾਂ ਨੇ ਪਾਸਪੋਰਟ ਲੈ ਕੇ ਰੱਖ ਲਏ ਸੀ। ਸਕੂਲੀ ਬੱਚਿਆਂ ਦੀ ਤਰ੍ਹਾਂ ਅਸਾਂ ਦੇ ਗਲਾਂ ਵਿੱਚ ਤਖਤੀਆਂ ਲਟਕਾ ਦਿੱਤੀਆਂ ਸੀ। ਸ਼ਾਮੀ 4 ਵਜੇ ਰੇਲਵੇ ਸਟੇਸ਼ਨ ਸ੍ਰੀ ਨਨਕਾਣਾ ਸਾਹਿਬ ਤੋਂ ਗੱਡੀ ਚੱਲੀ ਅਤੇ ਰਾਤ 1:30 ਵਜੇ ਪੰਜਾ ਸਾਹਿਬ ਪਹੁੰਚੀ। ਬੱਸਾਂ ਰਾਹੀਂ ਗੁਰਦੁਆਰਾ ਸਾਹਿਬ ਪਹੁੰਚੇ। 2.5 ਘੰਟੇ ਲਾਈਨ 'ਚ ਲੱਗਣ ਉਪਰੰਤ ਗੁਰੂ ਘਰ 'ਚ ਪ੍ਰਵੇਸ਼ ਹੋਏ। ਰੋਟੀ ਖਾ ਕੇ 4 ਵਜੇ ਸੌਂ ਗਏ। ਸਵੇਰੇ ਗੁਰੂ ਘਰ ਦੇ ਦਰਸ਼ਨ ਕੀਤੇ, ਪਹਾੜੀਆਂ ਦੇ ਕੁਦਰਤੀ ਨਜ਼ਾਰੇ ਦੇਖੇ। ਗੁਰਦੁਆਰਾ ਪੰਜਾ ਸਾਹਿਬ ਦਾ ਸੁੰਦਰੀਕਰਨ ਦੇਖ ਕੇ ਮਨ ਅਤੀ ਪ੍ਰਸੰਨ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਵਲੀ ਕੰਧਾਰੀ ਵੱਲੋਂ ਪਹਾੜੀ ਸਿੱਟਣ ਦਾ ਵਾਕਿਆਤ ਇੱਥੇ ਹੋਇਆ ਸੀ। ਇਸ ਪਿੰਡ ਦਾ ਨਾਮ ਹਸਨ ਅਬਦਾਲ ਹੈ। ਗੁਰੂ ਜੀ ਨੇ ਆਪਣੀ ਤਾਕਤ ਨਾਲ ਪੰਜਾ ਲਾ ਕੇ ਪਹਾੜੀ ਨੂੰ ਰੋਕ ਦਿੱਤਾ ਸੀ। ਪੰਜਾ ਪਹਾੜੀ ਵਿੱਚ ਖੁੱਭ ਗਿਆ ਸੀ, ਜੋ ਅੱਜ ਵੀ ਮੌਜੂਦ ਹੈ। ਯਾਤਰੂ ਦਰਸ਼ਨ ਕਰਦੇ ਪੰਜੇ 'ਚ ਆਪਣਾ ਹੱਥ ਪਾਉਂਦੇ ਅਤੇ ਸਭ ਦਾ ਹੱਥ ਪੈ ਜਾਂਦਾ, ਭਾਵੇਂ ਕੋਈ ਜਵਾਨ ਹੋਵੇ ਭਾਵੇਂ ਬੁੱਢਾ ਹੋਵੇ। ਇਸੇ ਕਰਕੇ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਪੰਜਾ ਸਾਹਿਬ ਹੈ। ਇਸ ਪ੍ਰਥਾਨ ਕਾਵ ਗੁਲਦਸਤਾ ਵਿੱਚੋਂ ਬਾਬਾ ਆਣ ਬੈਠਾ ਸੁਲਤਾਨਪੁਰ ਅੰਦਰ ਮੋਦੀ ਖਾਨੇ ਦਾ ਕੰਮ ਸੰਭਾਲ ਕੇ ਤੇ ਗਰੀਬ ਗੁਰਬਿਆਂ ਨੂੰ ਮਾਲਾ ਮਾਲ ਕੀਤਾ। 13 ਸੀ ਧੜੀਆਂ ਡਾਲ ਕੇ ਤੇ ਵਿੱਚ ਵੇਈਂਦੇ ਗਿਆ ਇਸ਼ਨਾਨ ਕਰਨੇ। ਆਇਆ ਆਪਣੇ ਸ਼ੌਹ ਨੂੰ ਭਾਲ ਕੇ ਤੇ ਲਿਆ ਨਾਲ ਮਰਦਾਨਾ ਰਬਾਬ ਲੈ ਕੇ, ਪਾਏ ਦੂਰ ਦਰਾਡੇ ਨੂੰ ਚਾਲ ਕੇ ਤੇ ਜਿੱਦਾਂ ਜੰਗਲ 'ਚ ਡਾਢੀ ਹੈ ਅੱਗ ਲੱਗੀ, ਪਰਜਾ ਨਫ਼ਰਤ ਦੀ ਬੁੱਕਲ 'ਚ ਆਈ ਵੇਖੀ। ਪੂਰਨਮਾਸ਼ੀ ਦਾ ਚੰਦਰਮਾ ਹੈ ਪੂਰਨ, ਜਦੋਂ ਜੱਗ ਨੇ ਚੰਦ ਰੁਸ਼ਨਾਈ ਵੇਖੀ। ਹੱਟ ਵਿੱਚ ਬਹਿਣਾ ਤੇਰਾ ਕਹਿਣਾ, ਵਾਹ ਦਾਤਿਆ ਤੇਰੀ ਦਨਾਈ ਵੇਖੀ। ਸਿੰਘ ਬਲਵੀਰ ਫਿਰ ਛੱਡ ਪਰਿਵਾਰ ਤੁਰਿਆ, ਜਦੋਂ ਈਰਖਾ ਸੜਦੀ ਲੁਕਾਈ ਵੇਖੀ। ਚਾਲੇ ਪਾਉਣ ਲਈ ਜਦੋਂ ਧਿਆਨ ਧਰਿਆ, ਸਭ ਦੁੱਖਾਂ 'ਚ ਸੜਦੀ ਲੁਕਾਈ ਵੇਖੀ। ਜ਼ਾਲਮ ਰਾਜੇ ਨਾ ਪਰਜਾ 'ਤੇ ਰਹਿਮ ਕਰਦੇ, ਧਰਮੀ ਧਰਮ ਦੇ ਬਾਣੇ ਬੁਰਿਆਈ ਵੇਖੀ। ਸਭ ਰੱਬ ਦੀ ਰਜ਼ਾ ਨੂੰ ਭੁੱਲ ਬੈਠੇ, ਕਿਸੇ ਵਿੱਚ ਨਾ ਰਤਾ ਭਲਿਆਈ ਵੇਖੀ। ਚੱਲੇ ਦੁਖੀਆਂ ਦੇ ਦੁੱਖਾਂ ਨੂੰ ਦੂਰ ਕਰਨੇ, ਖੁਦ ਮਾਲਕਾ ਤੇਰੀ ਦਨਾਈ ਵੇਖੀ। ਚੱਲੇ ਦੁਖੀਆਂ ਦੇ ਦੁੱਖਾਂ ਨੂੰ ਦੂਰ ਕਰਨੇ, ਖੁਦ ਮਾਲਕਾ ਤੇਰੀ ਦਨਾਈ ਵੇਖੀ। ਬਾਕੀ ਅਗਲੇ ਐਤਵਾਰ ਅਸਥਾਨ ਵਲੀ ਕੰਧਾਰੀ ਦਾ 25 ਨਵੰਬਰ 2018 ਸਵੇਰੇ 10:30 ਵਜੇ ਗੁਰਦੁਆਰਾ ਸਾਹਿਬ ਦੇ ਸਪੀਕਰ 'ਚੋਂ ਸੂਚਿਤ ਕੀਤਾ ਗਿਆ ਕਿ ਜਿਸ ਨੇ ਵਲੀ ਦੇ ਅਸਥਾਨ 'ਤੇ ਜਾਣਾ ਹੋਵੇ 11:30 ਵਜੇ ਆਪਣੇ ਪਛਾਣ ਪੱਤਰ ਲੈ ਕੇ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਅੱਗੇ ਆ ਜਾਣ। ਪਰ ਦਿਲ ਦੇ ਰੋਗੀਆਂ ਨੂੰ ਦੱਸਿਆ ਜਾਂਦਾ ਹੈ ਕਿ ਸਿੱਧੀ ਪਹਾੜੀ ਦਾ ਵਿਖੜਾ ਪੈਂਡਾ ਮੁਸ਼ਕਲਤਾ ਵਾਲਾ ਹੈ। ਮੈਂ ਜਾਣ ਦੀ ਤਿਆਰੀ ਵਿੱਚ ਸੀ। 15 ਕੁ ਫੁੱਟ ਦੀ ਦੂਰੀ 'ਤੇ ਬੈਠੇ 6-7 ਗੁਰਸਿੱਖਾਂ ਨੂੰ ਮੈਂ ਜਾਣ ਲਈ ਕਿਹਾ। ਉੱਤਰ 'ਚ ਉਹਨਾਂ ਕਿਹਾ, ਗੁਰੂ ਜੀ ਦਾ ਤਾਂ ਉਹ ਦੁਸ਼ਮਣ ਹੈ, ਅਸਾਂ ਦਾ ਉਸ ਦੇ ਅਸਥਾਨ 'ਤੇ ਨਹੀਂ ਜਾਣਾ ਬਣਦਾ। ਇਹ ਸੁਣ ਕੇ ਮੈਂ ਉਹਨਾਂ ਦੀ ਗੱਲ ਨੂੰ ਆਪਣੇ ਮਨ 'ਚ ਵਿਚਾਰਨ ਲੱਗਾ। ਵਿਚਾਰਨ 'ਤੇ ਸ਼ਾਸਤਰਾਂ ਦੀ ਮੱਤ ਯਾਦ ਆਈ। ਸ਼ਾਸਤਰਾਂ ਦੀ ਮੱਤ ਅਨੁਸਾਰ ਮਨੁੱਖ ਉਦਾਸੀ, ਮਿੱਤਰ ਅਤੇ ਵੈਰੀ 3 ਪ੍ਰਕਾਰ ਦਾ ਹੁੰਦਾ ਹੈ। ਹਰੇਕ ਮਨੁੱਖ ਪਹਿਲੇ ਉਦਾਸੀ ਬੇਵਾਕਫ ਹੈ।
ਪ੍ਰਸੰਗ ਹੋਣ 'ਤੇ ਵੈਰ ਅਤੇ ਪਿਆਰ ਉਤਪੰਨ ਹੁੰਦਾ ਹੈ। ਕਈ ਵਾਰ ਸਮੇਂ ਦੀ ਚਾਲ ਅਨੁਸਾਰ ਵੈਰੀ ਮਿੱਤਰ ਅਤੇ ਮਿੱਤਰ ਵੈਰੀ ਬਣ ਜਾਂਦਾ ਹੈ। ਬਿਨਾਂ ਪ੍ਰਸੰਗ ਵੈਰੀ ਮਿੱਤਰ ਕੋਈ ਨਹੀਂ, ਸਭ ਉਦਾਸੀ ਹੈ ਅਤੇ ਮੌਤ ਦੇ ਦਰਵਾਜ਼ੇ ਵੱਲ ਤੁਰੇ ਜਾ ਰਹੇ ਹਨ। ਮਿੰਟ ਸਕਿੰਟ, ਘੜੀਆਂ ਘੰਟੇ, ਪੈਰ ਦਿਨ ਰਾਤ, ਹਫ਼ਤੇ ਮਹੀਨੇ, ਸਾਲ ਦਹਾਕੇ ਰੋਡ ਦੇ ਲੱਗੇ ਕਿਲੋਮੀਟਰਾਂ ਵਾਂਗ ਕਿੰਨਾ ਪੈਂਡਾ ਚੱਲ ਗਏ, ਕਿਤਨੀ ਉਮਰ ਬੀਤ ਗਈ ਦੱਸ ਰਹੇ ਹਨ। ਉਮਰ ਰੂਪੀ ਸਵਾਸਾਂ ਦੀ ਪੂੰਜੀ ਖਰਚਦੇ ਹੋਏ ਸਭ ਲੋਕ ਰਾਹ ਪਏ ਹੋਏ ਰਾਹਗੀਰ ਹਨ। ਬੁਰੇ ਭਲੇ ਕਰਮ ਕਰਕੇ ਵੈਰੀ ਮਿੱਤਰ ਬਣਦੇ ਹੋਏ ਮੌਤ ਦੇ ਦਰਵਾਜ਼ੇ ਵੱਲ ਸਾਰੇ ਚੱਲ ਰਹੇ ਹਨ। ਮਨਮੁਖ ਲੋਕ ਮੌਤ ਦੇ ਦਰਵਾਜ਼ੇ ਨਾਲ ਟਕਰਾ ਕੇ ਮਰ ਕੇ ਖਤਮ ਹੋ ਜਾਂਦੇ ਹਨ, ਪਰ ਗੁਰਮੁਖ ਮੌਤ ਦੇ ਦਰਵਾਜ਼ੇ ਕੋਲ ਪਹੁੰਚ ਕੇ ਆਪਣੇ ਪੰਜ ਭੂਤਿਕ ਸਰੀਰ ਨੂੰ ਛੱਡ ਕੇ ਰਾਹ ਦਸੇਰੇ ਕਰਮਾਂ ਕਰਕੇ ਅਮਰ ਹੋ ਜਾਂਦੇ ਹਨ। ਇਹ ਹੈ ਸ਼ਾਸਤਰਾਂ ਦੀ ਮੱਤ। ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਰਾਹਗੀਰ ਹੁੰਦੇ ਹੋਏ ਰਾਹ ਦਸੇਰਾ ਬਣ ਕੇ ਆਪਣੇ ਮਿੱਠੇ ਬੋਲਾਂ ਨਾਲ ਲੋਕਾਂ ਨੂੰ ਆਪਣੇ ਮਿੱਤਰ ਬਣਾ ਕੇ ਸ਼ੁਭ ਕਰਮਾਂ ਵੱਲ ਲਾ ਦਿੰਦੇ ਸੀ। ਇਹ ਗੱਲ ਕੰਧਾਰ ਦੇ ਨਾਮ ਨਾਲ ਮਸ਼ਹੂਰ ਵਲੀ ਨੂੰ ਜਚੀ ਨਾ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਦੁਸ਼ਮਣ ਬਣ ਗਿਆ। ਜਦੋਂ ਗੁਰੂ ਜੀ ਉਸ ਦੀ ਮਾਰ ਹੇਠ ਆਏ ਤਾਂ ਉਸ ਨੇ ਕੀਤੀ ਇਬਾਦਤ ਦੀ ਤਾਕਤ ਨਾਲ ਬਹੁਤ ਉੱਚੇ ਪਹਾੜ ਤੋਂ ਪਹਾੜੀ ਸੁੱਟ ਦਿੱਤੀ। ਉੱਚੇ ਤੋਂ ਨੀਵੇਂ ਨੂੰ ਤਬਾਹੀ ਮਚਾਉਂਦੀ ਆ ਰਹੀ ਪਹਾੜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥ ਦੇ ਪੰਜੇ ਦੀ ਤਾਕਤ ਨਾਲ ਰੋਕ ਦਿੱਤੀ। ਤਾਂ ਸ਼ਰਮਸ਼ਾਰ ਹੋ ਕੇ ਵਲੀ ਬਾਬਾ ਜੀ ਦੇ ਚਰਨੀ ਆਣ ਪਿਆ ਅਤੇ ਮਾफ़ੀ ਮੰਗ ਕੇ ਸੇਵਕ ਬਣ ਗਿਆ। ਅੱਗੇ ਤੋਂ ਰਹਿੰਦੀ ਜ਼ਿੰਦਗੀ ਬਾਬਾ ਜੀ ਦੇ ਉਦੇਸ਼ਾਂ ਅਨੁਸਾਰ ਗੁਜ਼ਾਰੀ। ਤਾਂ ਹੀ ਤਾਂ ਦਾਸ ਦੀ ਕਲਮ ਨੇ ਲਿਖਿਆ ਹੈ ਕਿ ਸਤਿਗੁਰ ਗਏ ਮਸੀਤੇ ਉਪਦੇਸ਼ ਕਰਨੇ, ਸਤਿਗੁਰ ਗਏ ਮਸੀਤੇ ਉਪਦੇਸ਼ ਕਰਨੇ, ਬੁੱਝੀ ਦਿਲਾਂ ਦੀ ਕਾਜੀ ਦੌਲਤ ਖਾਨ ਝੁਕਿਆ, ਡਿੱਠਾ ਹੱਕ ਨਿਹੱਕ ਦਾ ਦੁੱਧ ਲਹੂ, ਮਲਕ ਭਾਗੋਸੀ ਹੋ ਕੇ ਨਦਾਨ ਝੁਕਿਆ। ਜਦੋਂ ਏਮਨਾਬਾਦ ਕਤਲਾਮ ਹੋਇਆ, ਅਜ਼ਮਤ ਦੇਖ ਕੇ ਬਾਬਰ ਸੁਲਤਾਨ ਝੁਕਿਆ, ਪੰਜਾ ਲੱਗਾ ਪਹਾੜ ਵੀ ਮੋਮ ਹੋ ਗਏ, ਵਲੀ ਕੰਧਾਰੀ ਸੀ ਚਰਨਾਂ 'ਤੇ ਆਣ ਝੁਕਿਆ, ਵਿੱਚ ਮੇਲੇ ਲੁਕੋਇਆ ਲੋਟਾ ਜੋਗੀਆਂ ਨੇ, ਹੈਂਕੜ ਬਾਜਾਂ ਦਾ ਦੀਨ ਅਮਾਨ ਝੁਕਿਆ, ਮੱਕਾ ਘੁੰਮਿਆ ਜਿੱਧਰ ਨੂੰ ਚਰਨ ਘੁੰਮੇ, ਅਚੰਭਾ ਦੇਖ ਕੇ ਤੁਰਕ ਇਸਲਾਮ ਝੁਕਿਆ, ਬੋਧੀ ਜੈਨੀ ਜੋਗੀ ਸਰੇਵੜੇ ਵੀ, ਪੀਰ ਬਗਦਾਦ ਦਾ ਹੋ ਕੇ ਹੈਰਾਨ ਝੁਕਿਆ, ਪਰਜਾ ਰਾਜੇ ਠੱਗ ਦਾਨੋ ਦੇਵਤੇ ਵੀ, ਮੰਦਰ ਮਸਜਿਦ ਹਿੰਦੂ ਮੁਸਲਮਾਨ ਝੁਕਿਆ, ਗਏ ਬਿਦਰ ਪਿਆਸਿਆਂ ਅਰਜ ਕੀਤੀ, ਪਾਣੀ ਝੀਰੇ ਦਾ ਚਰਨਾਂ 'ਤੇ ਆਣ ਝੁਕਿਆ, ਧੰਨ ਧੰਨ ਤੇ ਧੰਨ ਹੈ ਗੁਰੂ ਨਾਨਕ, ਧੰਨ ਧੰਨ ਤੇ ਧੰਨ ਹੈ ਗੁਰੂ ਨਾਨਕ ਜੀ ਦੇ ਚਰਨਾਂ 'ਤੇ ਕੁੱਲ ਜਹਾਨ ਝੁਕਿਆ। ਸਿੰਘ ਬਲਵੀਰ ਸ਼ੌਂਕੀ ਕਲਮ ਦਾ ਦਮ ਮੁੱਕਾ, ਇਹਦੇ ਚਰਨੀ ਤਾਂ ਜਿਮੀ ਅਸਮਾਨ ਝੁਕਿਆ। ਬਲਵੀਰ ਸਿੰਘ ਸ਼ੌਂਕੀ ਕਲਮ ਦਾ ਦਮ ਮੁੱਕਾ, ਇਹਦੇ ਚਰਨੀ ਤਾਂ ਜਿਮੀ ਅਸਮਾਨ ਝੁਕਿਆ। ਸਤਿਗੁਰੂ ਜੀ ਦੇ ਪਿਆਰਿਓ, ਕਿੱਥੋਂ ਪਹਾੜੀ ਸਿੱਟ ਕੇ ਬਾਬਾ ਜੀ ਦੀ ਤਾਕਤ ਅਜਮਾਈ ਕੀਤੀ ਗਈ। ਉਸ ਅਸਥਾਨ ਨੂੰ ਦੇਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਾਕਤ ਦੀ ਵਡਿਆਈ ਗੁਰਸਿੱਖਾਂ ਦੇ ਮਨਾਂ 'ਚ ਕਈ ਗੁਣਾ ਵੱਧ ਜਾਂਦੀ ਹੈ। ਇਹ ਵਿਚਾਰ ਕੇ ਮੈਂ ਰੋਕਣ ਵਾਲਿਆਂ ਦੀ ਗੱਲ ਨੂੰ ਅਣਸੁਣਿਆ ਕਰਕੇ ਉਸ ਅਸਥਾਨ ਵੱਲ ਤੁਰ ਪਿਆ। ਦੁਪਹਿਰ ਦੇ 12:30 ਵਜੇ ਗੁਰਦੁਆਰਾ ਪੰਜਾ ਸਾਹਿਬ ਦੇ ਮੇਨ ਗੇਟ ਤੋਂ ਗਿਣਤੀ ਹੋ ਕੇ ਦਰਸ਼ਕ ਪੈਦਲ ਤੁਰ ਪਏ। ਪੁਲਿਸ ਦੇ ਕਮਾਂਡੋ ਦਸਤੇ ਅਸਾਂ ਦੇ ਨਾਲ ਸੀ, ਕਿਉਂਕਿ ਅੱਤਵਾਦੀਆਂ ਦੇ ਹਮਲੇ ਦਾ ਖਤਰਾ ਸੀ। ਹਮਲੇ ਤੋਂ ਡਰਦਿਆਂ ਪੰਜਾ ਸਾਹਿਬ ਦੇ ਗੁਰਦੁਆਰੇ ਦੇ 4 ਚੁਫੇਰੇ ਦੀਆਂ ਇਮਾਰਤਾਂ 'ਤੇ ਮੋਰਚਾਬੰਦੀ ਕਰਕੇ ਸੁਰੱਖਿਆ ਦਸਤੇ ਕਾਇਮ ਤਾਇਨਾਤ ਕੀਤੇ ਹੋਏ ਸੀ। ਗੁਰਦੁਆਰਾ ਪੰਜਾ ਸਾਹਿਬ ਤੋਂ ਬਾਹਰ ਜਾਣ ਦੀ ਸਾਨੂੰ ਇਜਾਜ਼ਤ ਨਹੀਂ ਸੀ। ਪਹਾੜੀ ਦੀ ਚੜ੍ਹਾਈ ਸਿੱਧੀ ਅਤੇ ਔਖੀ ਸੀ। ਅੱਧੋਂ ਵੱਧ ਪੈਂਡਾ ਕਰਕੇ ਸਭ ਲੋਕ ਥੱਕ ਗਏ, ਮੈਂ ਵੀ ਥੱਕ ਗਿਆ ਸੀ। ਸਭ ਲੋਕ ਸਾਹ ਲੈਂਦੇ ਫਿਰ ਤੁਰ ਪੈਂਦੇ, ਅੱਗੇ ਜਾ ਕੇ ਫਿਰ ਸਾਹ ਲੈਂਦੇ ਤੇ ਫਿਰ ਤੁਰ ਪੈਂਦੇ। ਮੈਂ ਵੀ ਇਸੇ ਤਰ੍ਹਾਂ ਕਰਦਾ ਸੀ।
ਗੁਰਦੁਆਰਾ ਪੰਜਾ ਸਾਹਿਬ ਤੋਂ ਤੁਰਨ ਸਮੇਂ ਮੈਂ 30 ਰੁਪਏ ਦੀ ਪਾਣੀ ਦੀ ਬੋਤਲ ਨਾਲ ਲੈ ਲਈ ਸੀ, ਪਰ ਠਰਿਆ ਪਾਣੀ ਪੀਣਾ ਮੈਂ ਮੁਨਾਸਬ ਨਾ ਸਮਝਿਆ। ਸਭ ਲੋਕ ਨਾਲ ਲਿਆਂਦਾ ਠਰਿਆ ਪਾਣੀ ਪੀਂਦੇ ਸੀ। ਮੈਂ ਵਾਰ-ਵਾਰ ਠਰਿਆ ਨਾ ਪੀਣ ਦੀ ਹਦਾਇਤ ਕਰਦਾ ਸੀ, ਪਰ ਮੇਰੀ ਹਦਾਇਤ ਨੂੰ ਕੋਈ ਪ੍ਰਵਾਨ ਨਹੀਂ ਕਰ ਰਿਹਾ ਸੀ। ਹਾਂ, ਮੈਂ ਦੇਖਿਆ ਇੱਕ ਵਿਅਕਤੀ ਆਪਣੀ ਮਾਤਾ ਨੂੰ ਢੂਈ 'ਤੇ ਚੜ੍ਹਾ ਕੇ ਲਈ ਜਾਂਦਾ ਸੀ। ਰੁਕ ਸਾਹ ਲੈਂਦਿਆਂ ਹੋਇਆਂ ਮੇਰੇ ਤੋਂ ਕਦੇ ਅੱਗੇ ਅਤੇ ਕਦੇ ਪਿੱਛੇ ਰਹਿ ਜਾਂਦਾ ਸੀ। ਮੈਂ ਉਸ ਨੂੰ ਅੱਜ ਦਾ ਸਰਵਣ ਸਮਝਦਾ ਹੋਇਆ ਕੋਲ ਆਏ ਨੂੰ ਸ਼ਾਬਾਸ਼ ਗੁਰਮੁਖਾ ਕਹਿ ਦਿੰਦਾ ਸੀ। ਚਲਦੇ ਚਲਦੇ ਇੱਕ ਨੇ ਆਪਣੇ ਸਾਥੀਆਂ ਨੂੰ ਕਿਹਾ, ਅੱਜ ਮੈਂ ਜ਼ਰੂਰ ਸੁੱਖਣਾ ਸੁੱਖ ਕੇ ਆਉਣੀ ਹੈ। ਉਸ ਦੀ ਉਮਰ ਕਰੀਬ 22 ਤੋਂ 26 ਕੁ ਸਾਲ ਦੀ ਸੀ। ਹੱਸਦਿਆਂ ਮੈਂ ਕਿਹਾ, ਸੁੱਖਣਾ ਕੀ ਸੁੱਖਣੀ ਹੈ। ਮੇਰੇ ਕਹਿਣ ਤੋਂ ਭਾਵ ਇਹ ਸੀ ਕਿ ਵਿਆਹ ਕਰਾਉਣ ਦੀ ਕਿ ਮੁੰਡਾ ਹੋਣ ਦੀ। ਪਰ ਉੱਤਰ 'ਚ ਉਸ ਨੇ ਕਿਹਾ, ਅਸੀਂ ਇੱਧਰ ਦੇ ਰਹਿਣ ਵਾਲੇ ਹਾਂ। ਵਲੀ ਬਹੁਤ ਕਰਨੀ ਵਾਲਾ ਪੀਰ ਹੈ। ਹਰ ਵੀਰਵਾਰ ਇੱਥੇ ਮੇਲਾ ਲੱਗਦਾ ਅਤੇ ਜੇਠੇ ਵੀਰਵਾਰ ਬਹੁਤ ਭਾਰੀ ਮੇਲਾ ਲੱਗਦਾ ਹੈ। ਔਖੀ ਤੋਂ ਔਖੀ ਮਨ ਦੀ ਮੁਰਾਦ ਵੀ ਪੂਰੀ ਹੋ ਜਾਂਦੀ ਹੈ। ਸੁੱਖਣਾ ਸੁੱਖਣ ਵਾਲੇ, ਮੈਂ ਨੰਗੇ ਪੈਰੀਂ ਚੱਲ ਕੇ ਤੇਰੇ ਦਰਬਾਰ 'ਤੇ ਆਵਾਂਗਾ ਜਾਂ ਮੈਂ ਲੰਮਾ ਪੈ ਕੇ ਤੇਰੇ ਦਰਬਾਰ 'ਤੇ ਆਵਾਂਗਾ। ਮੇਰੀ ਆਹ ਸੁੱਖਣਾ ਪੂਰੀ ਹੋ ਜਾਵੇ, ਮੇਰੀ ਆਹ ਸੁੱਖਣਾ ਪੂਰੀ ਹੋ ਜਾਵੇ। ਸੋ ਸੁੱਖਣਾ ਪੂਰੀ ਹੋਣ 'ਤੇ ਜਿਵੇਂ ਕਿਸੇ ਨੇ ਸੁੱਖਿਆ ਹੁੰਦਾ ਹੈ, ਨੰਗੇ ਪੈਰੀਂ ਜਾਂ ਲੰਮਾ ਪੈ ਕੇ ਉਹ ਆਉਂਦਾ ਹੈ। ਇਸੇ ਤਰ੍ਹਾਂ ਮੈਂ ਵੀ ਕੁਝ ਨਾ ਕੁਝ ਸੁੱਖ ਲਵਾਂਗਾ। ਠੀਕ ਹੈ ਕਹਿੰਦਿਆਂ ਮੈਂ ਉਸ ਨੂੰ ਓਪਰਾ ਹੋਣ ਕਰਕੇ ਕਿਸੇ ਪ੍ਰਕਾਰ ਦੀ ਹੋਰ ਗੱਲ ਕਰਨੀ ਮੁਨਾਸਬ ਨਾ ਸਮਝੀ। ਪਹਿਲੇ ਮੈਂ ਉਸ ਨੂੰ ਆਪਣਾ ਜਾਤਰੂ ਸਮਝਿਆ ਸੀ, ਪਰ ਮੈਂ ਇਹ ਜ਼ਰੂਰ ਸਮਝ ਗਿਆ ਕਿ ਸਾਡੇ ਪੰਜਾਬ ਦੇ ਲੋਕ ਵੀ ਇਸ ਪ੍ਰਕਾਰ ਦੇ ਬਹੁਤ ਹਨ, ਜੋ ਨੰਗੇ ਪੈਰੀਂ ਚੱਲ ਕੇ ਜਾਂ ਲੰਮੇ ਪੈ ਕੇ ਦਰਬਾਰਾਂ 'ਤੇ ਜਾਂਦੇ। ਇਸੇ ਤਰ੍ਹਾਂ ਉਸ ਅਤੇ ਇਸ ਦੋ ਪੰਜਾਬਾਂ ਦੇ ਲੋਕਾਂ ਵਿੱਚ ਕੋਈ ਫਰਕ ਨਹੀਂ, ਸਭ ਇੱਕੋ ਜਿਹੇ ਹਨ। ਇਸੇ ਤਰ੍ਹਾਂ ਚੱਲਦੇ ਚੱਲਦੇ ਅਸੀਂ ਕਰੀਬ 50 ਕੁ ਮਿੰਟਾਂ 'ਚ ਵਲੀ ਦੇ ਸਥਾਨ 'ਤੇ ਪਹੁੰਚ ਗਏ। ਪਹੁੰਚ ਕੇ ਦੇਖਿਆ ਕਮਰੇ ਅੰਦਰ ਵਲੀ ਦੀ ਮਜ਼ਾਰ ਕਬਰ ਬਣੀ ਹੋਈ ਸੀ। ਲੋਕ ਆਪਣੀ ਇੱਛਾ ਅਨੁਸਾਰ ਮਜ਼ਾਰ ਨੂੰ ਮੱਥਾ ਟੇਕ ਰਹੇ ਸੀ। ਮਜ਼ਾਰ ਕੋਲ ਰੱਖੀ ਗੋਲਕ 'ਚ ਮੈਂ 10 ਰੁਪਏ ਪਾਉਂਦਿਆਂ ਗੁਰੂ ਜੀ ਨਾਲ ਵਾਪਰੇ ਵਾਕਿਆਤ ਨੂੰ ਹਿਰਦੇ 'ਚ ਰੱਖ ਕੇ ਵਲੀ ਨੂੰ ਸੰਬੋਧਿਤ ਹੋ ਕੇ ਕਿਹਾ, ਹੇ ਭਾਈ ਵਲੀ ਜੀ, ਤੇਰੀ ਕਰਨੀ ਕਰਕੇ ਤੇਰੇ ਦਰਬਾਰ 'ਤੇ ਆਏ ਹਾਂ। ਜੇ ਤੂੰ ਗੁਰੂ ਜੀ ਨਾਲ ਅਜਿਹਾ ਵਰਤਾਵ ਨਾ ਕਰਦਾ, ਨਾ ਇੱਥੇ ਗੁਰੂ ਘਰ ਬਣਨਾ ਸੀ ਅਤੇ ਨਾ ਅਸੀਂ ਇੱਥੇ ਆਉਣਾ ਸੀ। ਤੇਰੀ ਕਰਨੀ ਕਰਕੇ ਗੁਰਦੁਆਰਾ ਪੰਜਾ ਸਾਹਿਬ ਬਣਿਆ ਅਤੇ ਅਸੀਂ ਦਰਸ਼ਨ ਕਰਨ ਆਏ ਅਤੇ ਤੇਰੇ ਦਰਬਾਰ 'ਤੇ ਪਹੁੰਚੇ ਹਾਂ। ਮੇਰੀ ਮਸਕੀਨ ਦੀ ਨਮਸਕਾਰ ਪ੍ਰਵਾਨ ਕਰਨਾ। ਕਮਰੇ ਤੋਂ ਬਾਹਰ ਹੋ ਕੇ ਮੈਂ 4 ਚੁਫੇਰੇ ਨਿਗਾਹ ਘੁਮਾ ਕੇ ਦੇਖਿਆ। ਜਿੱਥੇ ਗੁਰੂ ਜੀ ਵੱਲ ਪਹਾੜੀ ਸਿੱਟੀ ਗਈ ਸੀ, ਇਹ ਬਹੁਤ ਉੱਚੀ ਪਹਾੜੀ ਸੀ। ਗੁਰੂ ਜੀ ਪਿੰਡ ਹਸਨ ਅਬਦਾਲ 'ਚ ਬੈਠੇ ਸੀ। ਇਹ ਪਿੰਡ ਬਹੁਤ ਨੀਵੀਂ ਥਾਂ 'ਤੇ ਸੀ, ਮਾਨੋ ਪਹਾੜੀ ਦੇ ਪੈਰਾਂ ਵਿੱਚ। ਜੇ ਗੁਰੂ ਜੀ ਆਪਣੀ ਤਾਕਤ ਦੀ ਵਰਤੋਂ ਨਾ ਕਰਦੇ ਤਾਂ ਆਬਾਦੀ ਸਮੇਤ ਸਾਰਾ ਪਿੰਡ ਤਬਾਹ ਹੋ ਜਾਣਾ ਸੀ। ਇਹ ਵੀ ਗੁਰੂ ਜੀ ਵੱਲੋਂ ਸਰਬੱਤ ਦੇ ਭਲੇ ਦਾ ਇੱਕ ਪ੍ਰਮਾਣ ਪੱਤਰ ਹੀ ਸਮਝੋ। ਇੱਕ ਪਿੰਜਰਾ-ਨੁਮਾ ਕਮਰਾ ਕਰੀਬ 90 ਕੁ ਮੁਰੱਬਾ ਫੁੱਟ ਦਾ ਬਣਿਆ ਹੋਇਆ ਸੀ। ਉਸ ਵਿੱਚ ਚਿੱਟੇ ਰੰਗ ਦੇ ਕਬੂਤਰ ਰੱਖੇ ਹੋਏ ਸੀ। 25-30 ਗ੍ਰਾਮ ਬਾਜਰੇ ਦੀ ਥੈਲੀ 10 ਰੁਪਏ ਦੀ ਉੱਥੋਂ ਮਿਲਦੀ ਸੀ। ਲੋਕ ਉੱਥੋਂ ਖਰੀਦ ਕੇ ਚੋਗਾ ਪਾ ਰਹੇ ਸੀ। ਕਬੂਤਰਾਂ ਦਾ ਵਲੀ ਨਾਲ ਕੀ ਸੰਬੰਧ ਹੋਵੇਗਾ, ਮੈਂ ਪੁੱਛ ਨਹੀਂ ਸਕਿਆ। ਉਰਦੂ 'ਚ ਲਿਖ ਕੇ ਇੱਕ ਤਖਤੀ ਦਰਵਾਜ਼ੇ ਨਾਲ ਟੰਗੀ ਹੋਈ ਸੀ, ਜਿਸ ਨੂੰ ਮੈਂ ਪੜ੍ਹ ਨਹੀਂ ਸਕਦਾ ਸੀ। ਸ਼ਾਇਦ ਉਸ ਤਖਤੀ 'ਚ ਕਬੂਤਰਾਂ ਬਾਰੇ ਕੁਝ ਲਿਖਿਆ ਹੋਵੇ। ਚਾਹ ਰੋਟੀ ਦਾ ਲੰਗਰ ਉੱਥੋਂ ਦੇ ਵਸਨੀਕ ਲੋਕਾਂ ਨੇ ਲਾਇਆ ਹੋਇਆ ਸੀ। ਲੰਗਰ ਵਾਸਤੇ ਸ਼ਰਧਾ ਅਨੁਸਾਰ ਦਾਨ ਕਰਨ ਵਾਸਤੇ ਲੋਕਾਂ ਨੂੰ ਪ੍ਰੇਰਨਾ ਕਰ ਰਹੇ ਸੀ। ਮੈਂ ਰੋਟੀ ਖਾਧੀ, ਚਾਹ ਪੀਤੀ, ਦਾਨ ਵੀ ਜੋ ਸਰਿਆ ਕੀਤਾ।
ਉੱਥੇ ਇੱਕ ਸਿੱਖ ਯਾਤਰੂ ਜਮਲੇ ਦੀ ਤਰਜ਼ 'ਤੇ ਤੂੰਬੀ ਨਾਲ ਗੁਰੂ ਜੀ ਅਤੇ ਮਰਦਾਨੇ ਦਾ ਜਸ ਗਾ ਰਿਹਾ ਸੀ। ਇਸ ਪਿੱਛੋਂ ਉਸ ਨੂੰ ਮੈਂ ਗੁਰਦੁਆਰਾ ਪੰਜਾ ਸਾਹਿਬ ਵਿੱਚ ਵੀ ਰਾਤ ਨੂੰ ਗਾਉਂਦਾ ਸੁਣਿਆ ਸੀ। ਉੱਥੇ ਮਨਿਆਰੀ ਦੀਆਂ ਦੁਕਾਨਾਂ ਵੀ ਸੀ, ਚਾਹ ਦੀਆਂ ਦੁਕਾਨਾਂ ਵੀ ਸੀ ਅਤੇ ਗੰਨੇ ਦੀਆਂ ਗਲੇਰੀਆਂ ਦੀਆਂ ਦੁਕਾਨਾਂ ਵੀ ਸੀ। ਵਾਪਸੀ ਸਮੇਂ ਮੈਂ ਇੱਥੋਂ 20 ਰੁਪਏ ਦੀਆਂ ਗਲੇਰੀਆਂ ਲਈਆਂ ਸੀ। ਇਕੱਲੇ ਕਹਿਰੇ ਨੂੰ ਮੋੜਨ ਤੋਂ ਰੋਕ ਦਿੱਤਾ ਗਿਆ ਸੀ। ਖਤਰਾ ਹੋਣ ਕਰਕੇ ਇਕੱਠਿਆਂ ਮੁੜਨ ਦੀ ਹਦਾਇਤ ਸੀ। ਗਲੇਰੀਆਂ ਚੂਪਦਾ ਮੈਂ ਬੜੇ ਆਨੰਦ ਨਾਲ ਵਾਪਸ ਆ ਰਿਹਾ ਸੀ। ਕਰੀਬ 3 ਵਜੇ ਅਸੀਂ ਵਾਪਸ ਗੁਰਦੁਆਰਾ ਪੰਜਾ ਸਾਹਿਬ ਪਹੁੰਚ ਗਏ ਸੀ। ਗੁਰਦੁਆਰਾ ਪੰਜਾ ਸਾਹਿਬ ਦਾ ਲੰਗਰ, ਇੱਕ ਚਾਹ ਪਕੌੜਿਆਂ ਦਾ ਲੰਗਰ ਸ਼ਰਧਾਲੂਆਂ ਵੱਲੋਂ ਸੀ। ਇੱਕ ਚਾਹ ਰੋਟੀ ਦਾ ਲੰਗਰ ਗੁਰਦੁਆਰਾ ਪੰਜਾ ਸਾਹਿਬ ਵੱਲੋਂ ਸੀ। ਗੁਰੂ ਘਰ ਦੇ ਲੰਗਰ ਹਾਲ ਦਾ ਉਦਘਾਟਨ 9 ਅਪ੍ਰੈਲ 2009 ਨੂੰ ਏਵੇਕੂਈ ਟਰੱਸਟ ਪ੍ਰਾਪਰਟੀ ਬੋਰਡ ਪਾਕਿਸਤਾਨ ਵੱਲੋਂ ਸੀ। ਗੁਰਦੁਆਰਾ ਪੰਜਾ ਸਾਹਿਬ ਤੋਂ ਹੁਣ ਵਾਪਸੀ ਹੈ। ਬਾਕੀ ਅਗਲੇ ਐਤਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।